ਸਾਰੇ ਜਪੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅੱਜ ਦਾ ਵਿਸ਼ਾ ਹੈ ਉਹ ਆਪਾਂ ਦੇਖਣਾ ਹੈ ਵੀ ਹਰ ਇਨਸਾਨ ਸੰਸਾਰ ਦੇ ਵਿੱਚ ਆਉਂਦਾ ਤੇ ਚਲਾ ਜਾਂਦਾ। ਕਿਸੇ ਸ਼ਾਇਰ ਨੇ ਲਿਖਿਆ, ਦੁਨੀਆ में जी अपना कोई बहला के मर गया, दिल तंगियों में कोई उकता के मर गया, अकल भी अपने आप को समझा के मर गया, बेअकल छाती पीट के गम खा के मर गया, जीता रहा ना कोई सब कोई आके मर गया। मरदा हरेक ही है। मौत भी कई प्रकार की है, कोई एक्सीडेंट ना मरदा, कोई अटैक ना मरदा, क्योंकि रब ने हीले रिजक बंदा कोई हीला वसीला करदा तो रिजक मिलता, कम करदा रिजक मिलता। बहाना बनता मौत का, कोई कहता जी उन्होंने अटैक हो गया, कोई एक्सीडेंट हो गया, जो आ हो गया जी आ हो गया। मौतां कई प्रकार दी हैं। एक मौत वो भी है बंदे नूं पता ही नहीं लगता कि किहड़े वेले। कई ऐसे लोग भी मैं देखे है, सतगुरां नूं नमस्कार करते हैं तो मुड़ उठे ही नहीं, नमस्कार ही हो गई, नाल ही श्वास छड्डते। ऐसे लोग भी मैं देखे है। मरण ना मुहूर्त पुछिया, पुछी थित ना वार, सतगुरु बाणी विच फरमान करते हैं। मौत कोई मुहूर्त नहीं कटदी। ब्याह शादी के मुहूर्त निकलते हैं, फलाने टाइम आनंद होण, फलाने टाइम हुण तां आनंद ही 4-5 बजे होण लग पे। पहला आनंद हुंदे सी अमृत वेले, फिर 8-9 बजे होण लग गए। हुण 8-9 बजे तो पहला 12 बजे जानी तुरदी है, 4 बजे जदों मृतक का भोग हुंदा 12 बजे तो बाद, उदों फिर ये लोग आनंद कारजां ते बैठे हुंदे आ। फ्लैट रेट हो गए, फिक्स किया होया साडे वल्लों, भावें 5 बजे आ जाओ, भावें 10 बजे आ जाओ, जिन्ने बजे मर्जी आ जाओ, इन्ने पैसे लैने अज तां आनंद कारज कर देंगे। मैं बेनती कर रहा सी, दुनिया में जी अपना कोई बहला के मर गया। कई लोग ऐसे है, हर रोज़ रात नूं रोटी खाण तो पहला शराब पी लेनी, फिर रोटी खानी, रोटी खा के फिर सौ जाना, नशे दे विच ही फिर गलतान हो के फिर देर नाल उठना, अमृत वेला भी खुंझ जाना, रब दे घर जाण दा भी टाइम नहीं रहना, फिर ड्यूटी का टाइम शुरू हो जाना। जिन्नी छेती हो सके वो अपना घर दे विचों फिर जाना रोटी पानी छक के। हुण वो भी एक, वो कहता जिंदगी मेरी है, जीना ही मेरा। ऐतवार का दिन है, किसी होटल विच ही जावांगे, किसी पब विच ही जावांगे, उत्थे जाके बहिंदे। जिहड़े गुरु के सिख है वो गुरुद्वारे नूं जांदे आ। माया दो प्रकार दी, दो चलावे राह,
ਇੱਕ ਲੈ ਜਾਂਦੀ ਸੁਰਗ ਨੂੰ, ਇੱਕ ਨਰਕ ਲੈ ਜਾ। ਮਾਇਆ ਹੈ, ਮਾਇਆ ਕੋਈ ਮਾੜੀ ਚੀਜ਼ ਨਹੀਂ। ਗ੍ਰਸਤੀ ਵਾਸਤੇ ਤਾਂ ਮਾਇਆ ਜ਼ਰੂਰੀ ਹੈ। ਅੱਜ ਕੱਲ੍ਹ ਸਾਧ ਜ਼ਿਆਦਾ ਅਮੀਰ ਆ। ਸਾਈਂ ਗਿਰਧਰ ਜੀ ਫਰਮਾਉਂਦੇ ਆ, ਕੌਡੀ ਵਾਲੇ ਸਾਧਕਾ ਕੌਡੀ ਮਿਲੇ ਨਾ ਦਾਮ। ਜਿਸ ਸਾਧ ਕੋਲੇ ਕੌਡੀ ਹੈ, ਮਾਇਆ ਦਾ ਤਿਆਗੀ, ਜਿਸ ਨੂੰ ਕੋਈ ਲਾਲਚੀ ਨਹੀਂ ਹੈ, ਇੱਥੋਂ ਚੀਜ਼ ਚੱਕ ਕੇ ਉੱਥੇ ਤੱਕ ਤੁਰਨਾ ਨਹੀਂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜੇ ਮਾਇਆ ਦਾ ਤਿਆਗ ਕੀਤਾ ਔਰ ਕਰਕੇ ਵਿਖਾਇਆ, ਸੂਈ ਦੇ ਨੱਕੇ ਜਿੰਨੀ ਜਾਇਦਾਦ ਆਪਣੇ ਨਾਮ ਨਹੀਂ ਕਰਵਾਈ। ਇਕੱਲੀ ਇਸਤਰੀ ਨਾਲ ਕਿਤੇ ਗੱਲ ਨਹੀਂ ਕੀਤੀ ਤੇ ਪੈਸੇ ਨੂੰ ਹੱਥ ਲਾ ਕੇ ਨਹੀਂ ਦੇਖਿਆ। ਇਹ ਬਾਬਾ ਜੀ ਵਿੱਚ 3 ਗੁਣ ਸੀ। ਮੈਂ ਬੇਨਤੀ ਕਰ ਰਿਹਾ ਸੀ, ਕੌਡੀ ਵਾਲੇ ਸਾਧਕਾ, ਪੈਸੇ ਵਾਲੇ ਸਾਧ ਦਾ। ਅੱਜ ਕੱਲ੍ਹ ਤਾਂ ਲੋਕ ਮੰਨਦੇ ਹੀ ਉਹਨੂੰ ਆ ਵੀ ਜਿਹਦੇ ਕੋਲੇ ਵੱਡੀ ਗੱਡੀ ਹੋਵੇ, 1 ਕਰੋੜ ਦੀ ਗੱਡੀ ਦੇ ਵਿੱਚ ਸਾਧ ਬੈਠਾ ਹੋਵੇ। ਆ ਬੜੇ ਦੀਵਾਨ ਲਾਉਂਦੇ ਆ, ਦੀਵਾਨ ਲਾ ਲਾ ਕੇ ਪੈਸੇ ਇਕੱਠੇ ਕਰਦੇ ਆ। ਫਿਰ ਦੀਵਾਨਾਂ ਦੇ ਵਿੱਚ ਹੀ ਉਹ ਗੁਰਾਹੀ ਵਾਲੇ ਬੰਦੇ ਛੱਡ ਦਿੰਦੇ ਆ, ਲਓ ਬਈ ਜਿਹਨੇ ਕੋਈ ਮੱਥਾ ਨਹੀਂ ਟੇਕਿਆ ਉਹ ਵੀ 10-20 ਰੁਪਈਏ ਪਾਓ ਜ਼ਰੂਰ। 5-7 ਲੱਖ ਰੁਪਈਆ ਇਕੱਠਾ ਕਰਕੇ ਤੇ ਆਪਣਾ ਉਹ ਗੱਡੀ ਪੈਂਦੇ। ਰੱਬ ਦਾ ਨਹੀਂ। ਮਾਇਆ ਕਾਰਨ ਵਿਦਿਆ ਵੇਚੈ, ਜਨਮ ਅਵਿਰਥਾ ਜਾਈ। ਸਤਿਗੁਰੂ ਉਹਨਾਂ ਲੋਕਾਂ ਨੂੰ ਤਾੜਨਾ ਕਰਦੇ ਹੈ। ਪੈਸੇ ਦੀ ਖਾਤਰ ਤੁਸੀਂ ਕੀਰਤਨ ਵੇਚਦੇ ਆ, ਪੈਸੇ ਦੀ ਖਾਤਰ ਤੁਸੀਂ ਪਾਠ ਵੇਚਦੇ ਆ, ਪੈਸੇ ਦੀ ਖਾਤਰ ਤੁਸੀਂ ਰੱਬ ਦਾ ਉਪਦੇਸ਼ ਵੇਚਦੇ ਆ। ਤੁਹਾਡਾ ਜਨਮ ਬੇਅਰਥ ਚਲਾ ਗਿਆ। ਲਾਲਚ ਦੀ ਖਾਤਰ ਰੱਬ ਦਾ ਪ੍ਰੇਮ ਨਾਲ ਮਿਲਦਾ, ਪੈਸੇ ਨਾਲ ਤਾਂ ਮਿਲਦਾ ਨਹੀਂ। ਤੁਸੀਂ ਵੇਚਦੇ ਆ ਕਿਉਂ? ਕਿਹੜੀ ਗੱਲੋਂ? ਰੱਬ 'ਤੇ ਭਰੋਸਾ ਨਹੀਂ। ਮੈਂ ਤਾਂ ਕਈ ਵਾਰੀ ਦੇਖਿਆ ਇੱਥੇ ਚਰਚ ਦੇ ਵਿੱਚ ਚਲੇ ਜਾਓ, ਅਸੀਂ ਉੱਥੇ ਪ੍ਰਾਰਥਨਾ ਵੀ ਕਰ ਲਈਏ, ਪਰ ਜਿਤਨੀ ਦੇਰ ਤੱਕ ਪਾਦਰੀ ਨਾਲ ਕੋਈ ਬਚਨ ਵਿਲਾਸ ਨਾ ਹੋਣ, ਸਾਨੂੰ ਸ਼ਾਂਤੀ ਨਹੀਂ ਆਉਂਦੀ। ਮੰਦਰ ਚਲੇ ਜਾਓ, ਦੇਣਾ ਤਾਂ ਜੋ ਕੁਛ ਭਗਵਾਨ ਨੇ ਹੈ। ਭਗਵਾਨ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਤੁਸੀਂ ਪੱਥਰ ਦੀ ਮੂਰਤੀ ਬਣਾ ਲਈ ਆਪਦੀ? ਕਹਿਣ ਲੱਗੇ ਹਾਂ। ਹੰਕਾਰੀ ਪੁਰਸ਼ ਮੇਰੇ ਵਿੱਚ ਮੋਢਾ ਮਾਰਦਾ, ਮੈਂ ਮੋਢਾ ਭੰਨ ਦਿੰਦਾ। ਕੋਈ ਨਿਮਰਤਾ ਨਾਲ, ਸਤਿਕਾਰ ਨਾਲ ਮੈਨੂੰ ਮੱਥਾ ਟੇਕਦਾ, ਮੈਂ ਉਹਨੂੰ ਵਰ ਦਿੰਦਾ। ਉੱਥੇ ਵੀ ਸਾਡਾ ਮੱਥਾ ਟੇਕਿਆ ਕਬੂਲ ਨਹੀਂ ਹੁੰਦਾ ਜਿਤਨੀ ਦੇਰ ਤੱਕ ਅਸੀਂ ਪੁਜਾਰੀ ਦੇ ਨਾਲ ਕੋਈ ਗੱਲ ਨਹੀਂ ਕਰਦੇ। ਫਿਰ ਲੈ ਲਓ ਤੁਸੀਂ ਇੱਧਰ ਕਾਜੀ ਮੁੱਲਾ ਆ ਗਏ, ਇਹਨਾਂ ਦਾ ਵੀ ਬਸ ਇਹੀ ਕਾਰ ਕੀਤਾ। ਫਿਰ ਗੁਰੂ ਘਰਾਂ ਦੇ ਵਿੱਚ ਇਹ ਗ੍ਰੰਥੀ ਸਿੰਘ ਆ ਗਏ, ਆਓ ਜੀ ਤੁਹਾਡੀ ਅਰਦਾਸ ਕਰ ਦਿੰਦੇ ਹਾਂ ਅਸੀਂ। ਮਾਈਆਂ ਦਾ ਦਿਲ ਥੋੜ੍ਹਾ ਹੁੰਦਾ। ਬੱਚਾ ਜੇ ਕਿਤੇ ਬਿਮਾਰ ਹੋ ਗਿਆ, ਬੱਚੇ ਦੀ ਖਾਤਰ ਵੀ ਗੁਰਦੁਆਰੇ ਨੂੰ ਭੱਜਦੀਆਂ ਫਿਰ ਇਹ ਅਰਦਾਸ ਕਰਾਉਣ ਵਾਸਤੇ। ਜਦੋਂ ਉਹ ਅਰਦਾਸ ਕਰਦਾ, ਥੱਲਿਓਂ ਹੱਥ ਜੋੜ ਲੈਂਦਾ ਅਤੇ ਉੱਪਰੋਂ ਹੱਥ ਖੋਲ੍ਹ ਲੈਂਦਾ ਵੀ ਜਿਹੜੇ ਅਰਦਾਸ ਕਰਵਾਉਣ ਵਾਸਤੇ ਆਏ ਆ,
ਉਹ ਖੁੱਲ੍ਹੇ ਹੱਥ ਦੇ ਵਿੱਚ ਖੁੱਲ੍ਹੇ ਗੱਫੇ ਰੱਬ ਤੋਂ ਨਹੀਂ ਮੰਗਦੇ, ਰੱਬ ਤੋਂ ਨਹੀਂ ਮੰਗਦੇ। ਮੰਗਦੇ ਕੀ ਤੋਂ ਆ? ਲੋਕਾਂ ਤੋਂ ਵੀ ਲੋਕ ਆਉਣਗੇ, ਹੱਥ ਉੱਤੋਂ ਖੁੱਲ੍ਹਾ ਰੱਖਣਾ, ਉਹ ਉੱਤੋਂ ਦੇ ਪੈਸੇ ਪਾ ਦੇਣੇ। ਚੱਲ ਡਾਲਰ ਹੀ ਇਕੱਠੇ ਹੋ ਗਏ, ਅਰਦਾਸ ਨਹੀਂ ਕੀਤੀ ਆਪਾਂ। ਉਹ ਸਾਡੇ ਇੱਕ ਭਾਈ ਸੀਗਾ, ਉਹ ਸੁੱਖੇ ਨਾਲ ਰੱਜਿਆ ਹੋਇਆ। ਉਹਨੂੰ ਪਹਿਲਾਂ ਤਾਂ ਉਦੋਂ ਮਹਾਰਾਜ ਪਿੰਡਾਂ ਦੇ ਵਿੱਚ ਨਾ ਘਰੋਂ ਘਰੀ ਜਾ ਕੇ ਆਨੰਦ ਕਾਰਜ ਹੁੰਦੇ ਸੀ। ਉਹ ਉੱਥੇ ਚਲਿਆ ਗਿਆ, ਬੈਠਾ ਤਾਬਿਆ, ਕਦੇ ਮਹਾਰਾਜ ਦੇ ਪੱਤਰੇ ਸੱਜੇ ਪਾਸੇ ਨੂੰ ਕਰ ਲਵੇ, ਕਦੇ ਖੱਬੇ ਪਾਸੇ ਨੂੰ ਕਰ ਲਵੇ, ਅਤੇ ਉਹਨੂੰ ਉਹ ਲਾਵਾਂ ਦਾ ਪਾਠ ਨਾ ਲੱਭੇ। ਇੱਕ ਬੰਦੇ ਨੇ ਦੇਖਿਆ ਵੀ ਇਹਨੂੰ ਲਾਵਾਂ ਦਾ ਪਾਠ ਨਹੀਂ ਲੱਭਦਾ। ਕਈ ਵਿੱਚ ਜਾਂਦੇ ਆ, ਪਾਠੀ ਸਿੰਘ ਵੀ ਜਨ ਦੇ ਵਿੱਚ ਚਲੇ ਜਾਂਦੇ ਆ। ਉਹ ਫਿਰ ਹੌਲੀ ਕਿਤੇ ਜਾ ਕੇ ਕਹਿੰਦਾ ਵੀ ਐਂ ਕਰਕੇ ਜੀ ਇੰਨੇ ਅੰਗ 'ਤੇ ਉੱਤੇ ਆ ਵੀ ਉਹ ਤੁਸੀਂ ਅੰਗ ਉਹ ਕੱਢੋ, ਕੱਢ ਕੇ ਇੱਥੇ ਲਾਵਾਂ। ਕਹਿੰਦਾ ਅੱਛਾ 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 ਬਈ ਸਮੁੰਦਰ ਆ, ਸਮੁੰਦਰ ਦੇ ਵਿੱਚੋਂ ਕਈ ਵਾਰੀ ਚੀਜ਼ ਗੁੰਮ ਹੋ ਜਾਂਦੀ ਹੈ ਅਤੇ ਕਈ ਵਾਰੀ ਲੱਭ ਜਾਂਦੀ ਆ। ਹੈ ਔਖਾ ਕੰਮ ਹੈ ਇਹ, ਔਖਾ। ਸਿੱਖਿਆ ਵਿੱਚ ਦੇਣ ਲੱਗ ਗਿਆ, ਮੈਕ ਚੱਲਦਾ ਸੀ। ਉਸ ਤੋਂ ਬਾਅਦ ਚਲੋ ਲਾਵਾਂ ਨਸ਼ਾ ਕਿਤੇ ਜ਼ਿਆਦਾ ਚੜ੍ਹ ਗਿਆ, ਪਹਿਲੀ ਲਾਮ ਪੜ੍ਹ ਲਈ। ਉਦੋਂ ਆ ਗੇੜੇ ਨਹੀਂ ਉੱਤੋਂ ਦੀ ਦਬਾਉਂਦੇ ਸੀਗੇ ਗੁਰੂ ਮਹਾਰਾਜ ਦੇ। ਹੁਣ ਤਾਂ ਜਾਂਦੀ ਗੇੜੇ ਹੀ ਬੜੇ ਦਵਾਉਣ ਲੱਗ ਗਏ, 4-4 5-5 ਗੇੜੇ ਦਵਾਉਂਦੇ ਉੱਤੋਂ ਦੀ। ਅਤੇ ਉਦੋਂ ਮੂਹਰੇ ਬੈਠ ਕੇ ਹੁੰਦੇ ਸੀਗੇ, ਲੜਕੀ ਦਾ ਮੂੰਹ ਢਕਿਆ ਹੁੰਦਾ ਸੀਗਾ ਚਿੱਟੀ ਚਾਦਰ ਨਾਲ। ਅਤੇ ਉਹ ਚਲੋ ਉਹਨੇ ਪਹਿਲੀ ਪੜ੍ਹਤੀ, ਪਹਿਲੀ ਪੜ੍ਹ ਕੇ ਅਤੇ ਮਗਰੋਂ ਜ਼ਿਆਦਾ ਕਿਤੇ ਨਸ਼ਾ ਹੋ ਗਿਆ, ਚੌਥੀ ਪੜ੍ਹਤੀ। ਚੌਥੀ ਪੜ੍ਹ ਕੇ ਚਲੋ ਜੀ ਕਹਿੰਦਾ ਜੀ ਲਾਵਾਂ ਹੋ ਗਈਆਂ, ਵੀ ਠੀਕ ਹੈ, ਵੀ ਠੀਕ ਆ, ਲੜਕੀ ਦਾ ਆ ਪੱਲਾ ਵਧਾ ਦਿਓ ਹੁਣ, ਅਤੇ ਅਰਦਾਸ ਵਿੱਚ ਸਮਾਧਾਨ ਹੋ ਜਾਓ, ਅਰਦਾਸ ਹੋਣੀ ਆ ਹੁਣ। ਉਹ ਪਿਛਲਾ ਜਿਹੜਾ ਸੀਗਾ ਦੱਸ ਕੇ ਗਿਆ ਸੀਗਾ, ਉਹ ਫਿਰ ਉੱਠ ਕੇ ਆ ਗਿਆ। ਕਹਿੰਦਾ ਭਾਈ ਸਾਹਿਬ ਜੀ ਤੁਸੀਂ 2 ਲਾਵਾਂ ਵਿੱਚੋਂ ਛੱਡ ਗਏ। ਕਹਿੰਦਾ 4 ਲਾਵਾਂ ਕੋਈ ਸੁੱਖੀਆਂ ਹੋਈਆਂ, 2 ਆਪਾਂ ਹੋਰ ਕਿਸੇ ਦੇ ਪੜ੍ਹ ਦਿਆਂਗੇ। ਇਹੋ ਜਿਹੇ ਸਾਡੇ ਸਿੱਖ ਧਰਮ ਦਾ ਹਾਲ ਹੋ ਰਿਹਾ ਹੈ। ਸਾਡੇ ਸਿੱਖ ਧਰਮ ਦੇ ਆਗੂ ਜਿਹੜੇ ਇਹਨਾਂ ਨੂੰ ਮਰਜ਼ਾਦਾ ਇਹਦੀ ਨਹੀਂ ਪਤਾ, ਮਰਜ਼ਾਦਾ ਅਨੁਸਾਰ ਨਹੀਂ ਚੱਲ ਰਹੇ। ਇਹਨਾਂ ਲੋਕਾਂ ਨੂੰ ਪਤਾ ਹੋਵੇ ਤੇ ਕਰਨੇ, ਪਰ ਨਹੀਂ। ਹਾਂ ਤਾਂ ਸਾਰੀ ਗੱਲ ਕੀ ਹੈ? ਪੈਸੇ ਦੀ। ਤਾਬਿਆ ਬੈਠਾ ਚੌਰ ਕੇ ਕਰੀ ਗਿਆ। ਮੁੜ ਕੇ ਆਪਣੇ ਜਿਹੜੇ ਹੁੰਦੇ ਆ ਕਮੇਟੀ ਵਾਲੇ, ਉਹ ਮਹਾਰਾਜ ਦੇ ਮੂਹਰਿਓਂ ਮਾਇਆ ਗਿਣ ਲੱਗ ਗਏ। ਉਹ ਕਹਿੰਦਾ ਕੀ ਗਿਣਦੇ ਆ? 405 ਰੁਪਈਏ ਹੈ। ਉਹ ਕਹਿਣ ਲੱਗੇ ਭਾਈ ਸਾਹਿਬ ਜੀ ਵੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ 405? ਵਾਕਈ ਉਹਨੇ ਨਿਕਲੇ। ਉਹ ਕਹਿੰਦਾ ਮੈਂ ਬੈਠਾ ਕਾਊਂਟਿੰਗ ਕਰਦਾ ਰਿਹਾ। ਕਦੇ ਫਿਰ ਚੌਰ ਨਹੀਂ ਸੀ ਕਰਦਾ, ਕਾਊਂਟਿੰਗ ਹੀ ਕਰਦਾ ਸੀ। ਸਾਡੇ ਕਾਰ ਕਿੱਤੇ ਬਣ ਗਏ? ਭਾਵਨਾ ਨਹੀਂ ਰਹੀ, ਪਿਆਰ ਨਹੀਂ ਰਿਹਾ। ਮੈਂ ਬੇਨਤੀ ਕਰ ਰਿਹਾ ਸੀ, ਦੁਨੀਆ ਮੇ ਜੀ ਆਪਣਾ ਕੋਈ। ਇਹ ਲੋਕ ਵੀ ਕਹਿੰਦੇ ਵੀ ਸਾਡੇ ਵਰਗਾ ਕੋਈ ਚਤਰ ਸਿਆਣਾ ਹੈ ਹੀ ਨਹੀਂ। ਦੁਨੀਆ ਮੇ ਜੀ ਆਪਣਾ ਕੋਈ, ਬਹਿਲਾ ਕੇ ਮਰ ਗਿਆ। ਦਿਲ ਤੰਗੀਓਂ ਮੇ ਕੋਈ, ਉਕਤਾ ਕੇ ਮਰ ਗਿਆ। ਕੋਈ ਪੈਸੇ ਵੱਲੋਂ ਇੰਨੇ ਤੰਗ ਹੁੰਦੇ ਆ, ਮੰਗੇ 'ਤੇ ਵੀ ਕੋਈ ਪੈਸਾ ਨਹੀਂ ਦਿੰਦਾ। ਉਧਾਰ ਮੰਗੇ ਤਾਂ ਦੇਣਾ ਕੀ ਹੈ? ਉਹ ਲੋਕ ਦੁਖੀ ਹੋ ਕੇ ਮਰ ਜਾਂਦੇ ਆ ਵੀ ਇਦੋਂ ਤਾਂ ਰੱਬਾ ਸਾਨੂੰ ਜਨਮ ਨਾ ਦਿੰਦਾ,
ये जन्म दिता तो साडी आह हालत। अकल भी अपने आप को समझा के मर गया। अकल वाले पुरुष वो भी समझाते हैं जिद्दां मैं तुहानूं समझाउणा। मरना तो हरेक ने है। अकल भी अपने आप को समझा के मर गया। वो कहता मेरे वर्गा कोई है ही नहीं। आ वकील देख लो परे तो परे पे आ। वो कहता मैं मुकदमा जित दूँ, गल ही कुछ नहीं है। ये केस मैं लड़ूँ पर फीस थोड़ी जी ज़्यादा लगूगी। एक जगह कटदे ही नहीं। कीर्तन महंगा हो गया, पाठ महंगा हो गया, सब चीज़ महंगी होगी। पाठ कराउण वाले महंगे हो गए। पर साडी जिहड़ी सोच है ये किधर नूं जा रही है। बेअकल छाती पीट के गम खा के मर गया। ਆਪਾਂ ਕਹਿੰਦੇ ਇਹਨੂੰ ਸੋਝੀ ਨਹੀਂ ਹੈ। ਜਿਹਦੇ ਘਰ ਖਾਣ ਨੂੰ ਦਾਣੇ ਉਹਦੇ ਕਮਲੇ ਵੀ ਸਿਆਣੇ। ਚਾਰ ਪੈਸੇ ਜੇਬ ਦੇ ਵਿੱਚ ਹੋਣ ਪਾਗਲ ਬੰਦੇ ਨੂੰ ਵੀ ਲੋਕ ਸਿਆਣਾ ਕਹਿਣ ਲੱਗ ਪੈਂਦੇ ਵੀ ਇਹ ਸਿਆਣਾ ਬੰਦਾ। ਨਹੀਂ ਤਾਂ ਚੰਗੇ ਭਲੇ ਆਦਮੀ ਨੂੰ ਵੀ ਸਿਧਰਾ ਕਹਿੰਦੇ, ਸਿਧਰਾ ਵੀ ਸਿਧਰਾ। ਇੱਕ ਸੇਠ ਤੁਰਿਆ ਜਾਵੇ ਸ਼ਰਾਬ ਨਾਲ ਰੱਜਿਆ ਹੋਇਆ, ਇੱਕ ਮੰਗਤਾ ਸੜਕ 'ਤੇ ਪਿਆ, ਟਾਇਰ ਨੂੰ ਅੱਗ ਲਾਈ, ਕਦੇ ਢੂਈ ਵਾਲਾ ਪਾਸਾ ਕਰ ਲਵੇ, ਕਦੇ ਢਿੱਡ ਵਾਲਾ ਪਾਸਾ ਕਰ ਲਵੇ। ਸਾਰੀ ਰਾਤ ਇਸ ਤਰ੍ਹਾਂ ਸੇਕ ਕੇ ਸਰਦੀ ਦੀ ਰੁੱਤ ਉਹਨੂੰ ਬੜਾ ਤਰਸ ਆਇਆ। ਲੋੜ ਤੋਂ ਵੱਧ ਤਰਸ ਇਹ ਵੀ ਠੀਕ ਨਹੀਂ ਹੈ। ਉਹਨੇ ਆਪਣਾ ਕੀਮਤੀ ਕੋਟ ਲਾਇਆ ਤੇ ਉਹਦੇ ਉੱਤੇ ਪਾਤਾ ਵੀ ਚੱਲ ਵਿਚਾਰਾ ਕੁੰਗੜਿਆ ਪਿਆ ਵੀ ਇਹਨੂੰ ਸਰਦੀ ਤੋਂ ਕੁਛ ਬਚਾਅ ਹੋ ਜੂ। ਸਵੇਰ ਨੂੰ ਉਹਦਾ ਕੋਟ ਵੇਖ ਕੇ ਉਹਦੇ ਯਾਰ ਦੋਸਤ ਉਹਨੂੰ ਪੁੱਛਦੇ ਆ, ਕਹਿੰਦਾ ਓਏ ਤੂੰ ਇੰਨਾ ਕੀਮਤੀ ਕੋਟ ਵਿੱਚ ਇਹਦੇ ਪੈਸੇ ਵੀ ਆ, ਇਹ ਸਾਰਾ ਕੁਛ ਤੈਨੂੰ ਕਿੱਥੋਂ ਪ੍ਰਾਪਤ ਹੋ ਗਿਆ? ਕਹਿਣ ਲੱਗਾ ਵੀ ਇੱਕ ਬੰਦਾ ਜਾਂਦਾ ਸੀਗਾ ਸ਼ਰਾਬ ਦਾ ਰੱਜਿਆ ਹੋਇਆ। ਕਹਿੰਦਾ ਫਿਰ ਕੀ? ਕਹਿੰਦਾ ਮੈਂ ਪਿਆ ਸੀਗਾ, ਉਹਨੇ ਆਪਣਾ ਕੀਮਤੀ ਕੋਟ ਲਾਇਆ, ਸੜੇ ਪੈਸੇ ਮੇਰੇ ਉੱਤੇ ਪਾਤਾ ਤੇ ਮੈਂ ਬੋਲਿਆ ਨਹੀਂ। ਰਾਤ ਲੰਘ ਗਈ। ਕਹਿੰਦਾ ਫਿਰ ਤੂੰ ਕੀ ਸੋਚਿਆ? ਕਹਿਣ ਲੱਗਾ ਮੈਂ ਸੋਚਿਆ ਇਹ ਕੋਈ ਪਾਗਲ ਹੋਊਗਾ, ਬੇਅਕਲ ਹੋਊਗਾ ਕਿ ਇੰਨਾ ਕੀਮਤੀ ਕੋਟ ਮੇਰੇ ਉੱਤੇ ਪਾਤਾ, ਫਿਰ ਵਿੱਚ ਪੈਸੇ ਉਹ ਨਹੀਂ ਕੱਢੇ। ਬੇਅਕਲ ਛਾਤੀ ਪੀਟ ਕੇ ਗਮ ਖਾ ਕੇ ਮਰ ਗਿਆ। हर इंसान मरदा है, जीता रहा ना कोई, सब कोई आके मर गया। हर इंसान जो उपजे सो बिन सह परो आज के काल। ਸਾਹਿਬ ਬਾਣੀ ਵਿੱਚ ਫਰਮਾਨ ਕਰਦੇ ਹੈ ਹਰ ਇੱਕ ਨੇ ਮਰਨਾ। ਪੀਰ ਪੈਗੰਬਰ ਔਲੀਏ ਸਰੀਰ ਕਰਕੇ ਸਾਰੇ ਸੰਸਾਰ ਦੇ ਵਿੱਚੋਂ ਚਲੇ ਗਏ। ਕੌਡੀ ਵਾਲੇ ਸਾਧਕਾ ਕੌਡੀ ਮਿਲੇ ਨਾ ਦਾਮ, ਕੌਡੀ ਬਿਨਾ ਗ੍ਰਸਤ ਕਾ ਕਉ ਲੇਹੇ ਨੀ ਨਾਮ। ਜੇ ਗ੍ਰਸਤੀ ਕੋਲ ਪੈਸਾ ਨਹੀਂ ਹੈ,
ਸਾਈਂ ਗੁਰਦਰ ਜੀ ਕਹਿੰਦੇ ਉਹ ਕੌਡੀ ਦਾ ਨਹੀਂ ਹੈ। ਰਿਸ਼ਤੇਦਾਰ ਉਹਨੂੰ ਨਹੀਂ ਬੁਲਾਉਂਦੇ, ਸੱਜਣ ਮਿੱਤਰ ਉਹਨੂੰ ਨਹੀਂ ਬੁਲਾਉਂਦੇ। ਉਹ ਕਦੇ ਤੂੰ ਲੈਣ ਭੁੱਖ ਨੰਗ। ਜੇ ਕੋਈ ਰਿਸ਼ਤੇਦਾਰ ਆ ਵੀ ਜਾਵੇ ਕਹਿਣਗੇ ਨਹੀਂ ਉਹ ਸਾਡੇ ਦੂਰੋਂ ਆ, ਰਿਸ਼ਤੇਦਾਰੀ ਆ ਨਾ, ਮੈਂ ਹੈਗਾ ਚੱਲ ਜਾਂਦੇ ਜਾਂਦੇ ਮਿਲ ਹੀ ਚਲੀ ਗਈ। ਹਾਲਤ ਤੇ ਤਰਸ ਨਹੀਂ ਖਾਂਦੇ। ਅਸੀਂ ਪੈਸਾ ਕਿੱਧਰ ਨੂੰ ਲਾ ਰਹੇ ਹਾਂ? ਸਾਂਝਾ ਪੈਸਾ ਇਕੱਠਾ ਹੁੰਦਾ, ਸਾਡੀ ਕੋਸ਼ਿਸ਼ ਹੁੰਦੀ ਆ, ਕਮੇਟੀ ਦੀ ਕੋਸ਼ਿਸ਼ ਹੁੰਦੀ ਆ, ਗੁਰਦੁਆਰੇ ਦਾ ਪੈਸਾ ਖਾ ਲਓ, ਵਰਤ ਲਓ। ਆਹ ਖਰਚਾ ਪਾ ਦੇ, ਆਹ ਖਰਚਾ ਪਾ ਦੇ, ਆਹ ਖਰਚਾ ਪਾ ਦੇ। ਜਿਹੜਾ ਬਾਕੀ ਬਚਿਆ ਭਾਈ ਜੀ, ਆਹ ਕੜਾਹ ਜਿਹੜਾ ਬਚ ਗਿਆ, ਇਹ ਫਿਰ ਤੁਸੀਂ ਇੱਦਾਂ ਕਰੋ, ਬਾਟੇ 'ਚ ਪਾ ਕੇ ਅਤੇ ਘਰੇ ਫੜਾ ਦਿਓ, ਜਵਾਕ ਖਾ ਲੈਣਗੇ। ਬੜਾ ਸਵਾਦ ਬਣਿਆ ਅੱਜ। ਆਹ ਸਾਡੀ ਹਾਲਤ ਆ। ਮੌਤ ਹੈ, ਮੌਤ ਕਈ ਪ੍ਰਕਾਰ ਦੀ ਹੈ। ਕੋਈ ਕਿਵੇਂ ਮਰਦਾ ਹੈ, ਕੋਈ ਕਿਵੇਂ ਮਰਦਾ ਹੈ। ਇੱਕ ਬੰਦਾ ਇੱਕ ਸੋਹਣੀ ਇਸਤਰੀ ਦੇਖ ਕੇ ਉਹ 'ਤੇ ਮਰ ਗਿਆ, ਮਰਿਆ ਤਾਂ ਉਹ ਵੀ ਹੈ। ਕਿਸੇ ਇਸਤਰੀ ਨੇ ਸੋਹਣਾ ਪੁਰਸ਼ ਦੇਖਿਆ, ਉਹ 'ਤੇ ਮਰ ਗਈ। ਮਰ ਕਰਕੇ ਤਾਂ ਉੱਧਰ ਮਰ ਗਈ, ਉਹ ਵੀ ਮੌਤ ਹੈ। ਮਨ ਦੇ ਵਿੱਚੋਂ ਛਾ ਗਿਆ ਜਾਂ ਉਹ ਛਾ ਗਈ, ਪ੍ਰਾਪਤ ਨਾ ਹੋਈ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸੇ ਵਜ੍ਹਾ ਕਰਕੇ ਸਭ ਤੋਂ ਪਹਿਲਾਂ ਜਿੰਨੇ ਵੀ ਸੀਗੇ ਛੋਟੀਆਂ ਬੱਚੀਆਂ ਦੇ, ਲੜਕਿਆਂ ਦੇ, ਇਹਨਾਂ ਦੇ ਸ਼ਗਨ ਕਰ ਦਿੰਦੇ ਸੀ। ਉਹ ਪੜ੍ਹੀ ਜਾਵੇ, ਲੜਕਾ ਪੜ੍ਹੀ ਜਾਵੇ, ਆਪਦਾ ਕੰਮ ਕਰੇ। ਉਸ ਪਿੰਡ ਦੇ ਕੋਲ ਦੇ ਨਹੀਂ ਸੀ ਲੰਘਦੇ। ਉਹਨਾਂ ਦੇ ਘਰੇ ਕਿਉਂ ਮਨ ਦੇ ਵਿੱਚ ਜਿਹੜਾ ਹੁੰਦਾ, ਜਿੱਥੇ ਰਿਸ਼ਤਾ ਹੋ ਗਿਆ ਉਹੀ ਛਾਣਾ, ਉਹਦੀ ਤਸਵੀਰ ਛਪ ਜਾਂਦੀ ਹੈ। ਕਿਤਨੇ ਭਗਤ ਹੋਏ, ਹੁਣ ਕਿਉਂ ਨਹੀਂ ਹੁੰਦੇ? ਹੁਣ ਜਿੰਨੇ ਹੁੰਦੇ ਲਟੇਰੇ ਹੁੰਦੇ ਆ। ਜਿਹਨੂੰ ਮਰਜ਼ੀ ਪੁੱਛ ਲਓ, ਸਾਲ ਬਾਅਦ ਗੱਡੀ ਨਵੀਂ ਆ ਜੂ, ਪਤਾ ਨਹੀਂ ਕਿਵੇਂ ਪੈਸਾ ਇਕੱਠਾ ਕਰਦੇ। ਸੰਤ ਕੋਲ ਗੱਡੀ ਸੋਹਣੀ ਹੋਣੀ ਚਾਹੀਦੀ ਹੈ। ਸੰਤ ਕੋਲ ਹੈ ਜਾਂ ਨਾ ਹੈ, ਨਹੀਂ ਹੈ ਕੁਛ, ਉਹਦਾ ਨਹੀਂ ਕੋਈ ਫਰਕ। ਗੱਡੀ ਹੋਵੇ ਵੱਡੀ। ਗੁਰਦੁਆਰਾ ਬਣਾਉਣ ਤੋਂ ਪਹਿਲਾਂ ਸਭ ਤੋਂ ਵੱਡੀ ਗੱਡੀ ਲੈ ਕੇ ਫਿਰ ਜਾਓ, ਸੰਗਤਾਂ ਦੇ ਵਿੱਚ ਵਿਚਰੋ। ਭਲਾ ਕਹਿੰਦਾ ਵੀ ਸੰਤ ਆ ਇਹ, ਆਹਾ ਹਾ, ਬੜੇ ਕਰਨੀ ਵਾਲੇ ਆ, ਪੁਲ ਬੰਨ੍ਹ ਦਿੰਦੇ। ਬਾਬਾ ਕਬੀਰ ਜੀ ਵੀ ਜ਼ਿਕਰ ਕਰਦੇ ਹੈ, ਜਿਸ ਮਰਨ ਤੇ ਜਗ ਡਰੇ, ਮੇਰੇ ਮਨ ਆਨੰਦ। ਲੋਕ ਮੌਤ ਤੋਂ ਡਰਦੇ ਆ ਅਤੇ ਮੇਰੇ ਮਨ ਨੂੰ ਆਨੰਦ ਆਉਂਦਾ, ਸਵਾਦ ਆਉਂਦਾ। ਬਾਣੀ ਦੁਆਰਾ ਉਪਦੇਸ਼ ਕਰਦੇ ਆ, ਕਬੀਰ ਜਿਸ ਮਰਨ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨਾ ਜੰਮਣਾ ਮੇਰੀ ਖੇਡ ਬਣਾਈ ਹੋਈ ਹੈ। ਮੈਂ ਵੀ ਇੱਕ ਦਿਨ ਸੋਚੀ ਪੈ ਗਿਆ, ਮੈਂ ਕਿਹਾ ਬਾਬੇ ਕਹਿੰਦੇ ਅਸੀਂ ਰੋਜ਼ ਹੀ ਮਰਦੇ ਹਾਂ, ਰੋਜ਼ ਹੀ ਜੰਮਦੇ ਹਾਂ, ਅਤੇ ਇਹਦੇ ਫਿਰ ਇਹ ਕਿਸ ਤਰ੍ਹਾਂ ਹੋਇਆ? ਹੌਲੀ ਹੌਲੀ ਵਿਚਾਰ ਆਈ, ਉਹ ਆਪਣੀ ਸੁਰਤ ਜਦੋਂ ਅੱਖਾਂ ਤੋਂ ਉੱਪਰ ਲੈ ਕੇ ਜਾਂਦੇ ਆ, ਸੰਸਾਰ ਵੱਲੋਂ ਮਰ ਜਾਂਦੇ ਆ। ਜਦੋਂ ਆਪਣੀ ਸੁਰਤ ਅੱਖਾਂ ਤੋਂ ਫਿਰ ਥੱਲੇ ਲਿਆਉਂਦੇ ਆ, ਸੰਸਾਰ ਵਾਲੇ ਪਾਸੇ ਜਿਉਂਦੇ ਹੋ ਜਾਂਦੇ ਆ। ਉਸ ਅਵਸਥਾ ਦਾ ਜ਼ਿਕਰ ਕੀਤਾ ਹੈ
जिस मरने ते जग डरै, मेरे मन आनंद, मरने ही ते पाइए पूर्ण परमानंद। परमेश्वर की प्राप्ति हुंदी है ਜਦੋਂ मैं अपने सवास 9 दुआरे छड्ड के 9 दुआरे प्रगट किए, 10वां गुप्त रखाया। अखा तो उपर 10वां द्वार, 9 दरवाजे, नवें दर फीके, रस 10वें चोईजे। 9 ਦੁਆਰਿਆਂ ਦਾ ਰਸ ਫਿੱਕਾ ਹੈ, ਕੁਝ ਸਮੇਂ ਲਈ ਹੈ। ਜੇ ਆਪਾਂ ਕਹਿ ਦਈਏ ਅੱਖਾਂ ਨੂੰ ਵੀ ਹਰ ਵਕਤ ਦੇਖੀ ਜਾ, ਨਹੀਂ ਦੇਖ ਸਕਦੇ, ਥੱਕ ਜਾਂਦੀਆਂ। ਜ਼ੁਬਾਨ ਵੀ ਥੱਕ ਜਾਂਦੀ ਹੈ, ਕੰਨ ਵੀ ਆਪਾਂ ਕਹਿੰਦੇ ਬੰਦ ਕਰ ਦੇ ਰੇਡੀਓ ਵਿੱਚ, ਜਾਂ ਟੈਲੀਵਿਜ਼ਨ ਬੰਦ ਕਰ ਦੇ। ਥੱਕ ਜਾਂਦਾ। 9 ਦਰਵਾजे, ਨਵੇਂ ਦਰ ਫੀਕੇ, ਰਸ 10वें ਚੋਈਜੇ। ਅੱਖਾਂ ਤੋਂ ਉੱਪਰ ਕੀ ਹੈ? ਉੱਥੇ ਰਸ ਘਟਦਾ ਹੀ ਨਹੀਂ, ਰਸ ਵੱਧਦਾ ਹੈ, ਹਰ ਰੋਜ਼ ਵੱਧਦਾ ਹੈ, ਹਰ ਰੋਜ਼ ਆਨੰਦ। ਇੱਥੇ ਹੁਣ ਸਾਡੇ ਭਾਈ ਵੀ ਜਿੰਨੇ ਗੁਰਦੁਆਰਿਆਂ ਵਿੱਚ ਸਾਰੇ, ਕੋਈ ਮਰਗ ਦਾ ਭੋਗ ਹੈ ਤਾਂ ਉੱਥੇ ਕਹਿਣਗੇ ਆਨੰਦ ਭਿਆ ਮੇਰੀ ਮਾਂ ਏ। ਕੋਈ ਆਹ ਵਿਆਹ ਸ਼ਾਦੀ ਦਾ ਹੋ ਗਿਆ, ਉੱਥੇ ਆਨੰਦ ਕਾਰਜ ਕਰਨੇ, ਉੱਥੇ ਫਿਰ ਆਨੰਦ ਭਿਆ ਮੇਰੀ ਮਾਂ ਏ। ਕੋਈ ਨੌਜਵਾਨ ਮਰ ਗਿਆ ਤਾਂ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਸਾਰਾ ਕੁਝ, ਸਾਰਾ ਇਹਨਾਂ ਨੂੰ ਨਾ ਮਰਨ ਤੱਕ ਨਾ ਜੰਮੇ ਤੱਕ, ਇਹਨਾਂ ਨੂੰ ਤਾਂ ਸਿਰਫ ਹੈ ਮਤਲਬ ਪੈਸੇ ਤੱਕ। ਬਾਜਾ ਉਨੀ ਦੇਰ ਤੱਕ ਵੱਜੂਗਾ ਜਿੰਨੀ ਦੇਰ ਤੱਕ ਵੀ ਸਾਹਮਣੇ ਪੈਸੇ ਆਉਂਦੇ ਆ। ਜੋ ਦੇਖਿਆ ਵੀ ਹੁਣ ਨਹੀਂ, ਤੇ ਫਿਰ ਝੱਟ ਬੇਨਤੀ ਕਰ ਦੇਣੀ, ਇਹ ਸਾਡਾ ਅਗਲਾ ਪ੍ਰੋਗਰਾਮ ਫਿਰ ਫਲਾਨੀ ਜਗ੍ਹਾ, ਅਸੀਂ ਉੱਥੇ ਛੇਤੀ ਜਾਣਾ, ਇਸ ਵਜ੍ਹਾ ਕਰਕੇ ਸਾਡੀ ਬਸ ਇਹ ਕੀਰਤਨ ਦੀ ਭੇਟ ਇੰਨੀ ਕੀ ਕਬੂਲ ਕਰਿਓ। ਅਤੇ ਫਤਿਹ ਬੁਲਾ ਕੇ ਦੋ ਬਾਜੇ ਬੰਨ੍ਹ ਕੇ ਤੁਰ ਜਾਣਾ। ਨਾ ਹੁਕਮਨਾਮਾ, ਨਾ ਹੋਰ ਕੋਈ ਚੀਜ਼, ਉਹ ਲੋੜ ਨਹੀਂ, ਉਹ ਭਾਈ ਦਾ ਕੰਮ, ਸਾਡਾ ਕੰਮ ਥੋੜ੍ਹੀ ਹੈ। ਇਹਦੇ ਕੋਲ ਟਾਈਮ ਨਹੀਂ ਹੈ, ਰੱਬ ਦੀ ਖਾਤਰ ਟਾਈਮ ਨਹੀਂ ਹੈ। ਨਵੀਂ ਤੋਂ ਨਵੀਂ ਤਰਜ਼ ਕੱਢ ਕੇ ਉਹਦੇ ਵਿੱਚ ਕੀਰਤਨ ਸ਼ਬਦ ਗਾਉਣਾ। ਸ੍ਰੀ ਦਰਬਾਰ ਸਾਹਿਬ ਤੋਂ ਸਵੇਰੇ ਅੰਮ੍ਰਿਤ ਵੇਲੇ ਵੀ ਆਉਂਦਾ, ਸ਼ਾਮ ਨੂੰ ਵੀ ਆਉਂਦਾ। ਕਈ ਵਾਰ ਐਸੇ ਰਾਗੀ ਲੱਗੇ ਹੁੰਦੇ ਆ, ਬੜਾ ਮਨ ਖੁਸ਼ ਹੁੰਦਾ ਵੀ ਇਹਨਾਂ ਦਾ ਕੀਰਤਨ ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ। ਅਤੇ ਕਈ ਵਾਰ ਇਹੋ ਜਿਹੇ ਲੱਗੇ ਹੁੰਦੇ ਆ, ਉਹਨਾਂ ਦਾ ਕੀਰਤਨ ਸੁਣਨ ਨੂੰ ਜੀਅ ਨਹੀਂ ਕਰਦਾ। ਫਿਰ ਕਈ ਦਾ ਰੇਡੀਓ ਬੰਦ ਕਰ ਦਿਓ ਬਈ, ਲੋੜ ਹੀ ਨਹੀਂ ਹੈ। ਜੇਕਰ ਆਨੰਦ ਨਹੀਂ ਆਇਆ, ਇਸਤਰੀ ਔਰ ਪੁਰਸ਼ ਦਾ ਮੇਲ, ਹਰ ਚੀਜ਼ ਦੇ ਵਿੱਚ ਆਨੰਦ ਹੈ। ਲੜਕਾ ਔਰ ਲੜਕੀ ਦੀ ਆਪਸ ਵਿੱਚ ਨਾ ਬਣੀ, ਜ਼ਿੰਦਗੀ ਦਾ ਆਨੰਦ ਨਹੀਂ ਆਉਂਦਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਇਹ ਤਾਂ ਬੱਧਾ ਚੱਟੀ ਹੋ ਗਈ। ਸੋ ਗੁਰਮੁਖੋ, ਜਿਹੜਾ ਮਰਨਾ, ਇਹ ਕਈ ਤਰ੍ਹਾਂ ਦਾ ਮਰਨਾ। ਐਕਸੀਡੈਂਟ, ਕੋਈ ਕਦਾ ਅਟੈਕ ਹੋ ਗਿਆ, ਕੋਈ ਕੁਛ ਕਹਿੰਦਾ। ਰੱਬ ਨੇ ਆਪਣੇ ਉੱਪਰ ਕਿਸੇ ਨੂੰ ਰੱਖਿਆ ਹੀ ਨਹੀਂ। ਹੀਲੇ ਰਿਜ਼ਕ, ਰੱਬ ਨੇ ਬੰਦਾ ਬਣਾਇਆ ਸੀ ਬਾਬਾ ਆਦਮ। ਉਹਦੀ ਰੋਟੀ ਦਾ ਬੰਦੋਬਸਤ ਆਪ ਕਰਦਾ ਸੀ ਕਿ ਮੇਰਾ ਪੁੱਤਰ ਹੈ। ਹਰ ਇੱਕ ਮਾਂ ਬਾਪ ਆਪਣੇ ਪੁੱਤਰ ਦੀ ਖਾਤਰ ਬਹੁਤ ਕੁਛ ਕਰਦਾ ਹੈ। ਮਾੜੇ ਤੋਂ ਮਾੜੇ ਕਰਮ ਵੀ ਕਰ ਜਾਂਦਾ ਕਿ ਮੈਂ ਤਾਂ ਜਿਹੜਾ ਹੈ ਤਕਲੀਫ ਕੱਟੀ, ਪਰ ਮੇਰਾ ਪੁੱਤਰ ਐਸ਼ ਕਰੇ। ਪੁੱਤਰ ਦੀ ਖਾਤਰ ਕਰਦਾ।
ਬਾਬੇ ਆਦਮ ਨੂੰ। ਹਰ ਵਕਤ ਉਦਾਸ ਇਕੱਲਾ ਬੈਠਾ, ਵੀ ਸੋਚਿਆ ਵੀ ਮੁੰਡਾ ਇਕੱਲਾ ਬੈਠਾ ਰਹਿੰਦਾ ਵੀ ਚਲੋ ਪਰਮੇਸ਼ਰ ਨੇ ਮਾਇਆ ਹਵਾ ਬਣਾਤੀ। ਮਾਈ ਹਵਾ ਦੋ ਜਣੇ ਹੱਸਣ ਖੇਡਣਗੇ, ਚਲੋ ਠੀਕ ਹੈ, ਜੀਵਨ ਇਹਨਾਂ ਸੋਹਣਾ ਨਿਕਲੂਗਾ। ਵਰਜਿਤ ਕਰਤਾ ਵੀ ਆਹ ਚੀਜ਼ਾਂ ਨਹੀਂ ਤੁਸੀਂ ਖਾਣੀਆਂ। ਇੱਕ ਦਿਨ ਸ਼ੈਤਾਨ ਆਇਆ, ਸ਼ੈਤਾਨ ਆ ਕੇ ਕਹਿੰਦਾ ਵੀ ਤੂੰ ਆਹ ਚੀਜ਼ਾਂ ਖਾ ਲਓ। ਕਹਿੰਦੇ ਨਹੀਂ, ਸਾਡੇ ਪਿਤਾ ਨੇ ਸਾਨੂੰ ਵਰਜਿਤ ਕੀਤਾ। ਇੱਥੇ ਤਾਂ ਹੁਣ ਮਾਂ ਬਾਪ ਨੂੰ ਕੋਈ ਪੁੱਛਦਾ ਹੀ ਨਹੀਂ। ਸ਼ੈਤਾਨ ਕਹਿੰਦਾ ਉਹ ਤੁਹਾਡਾ ਮਾਂ ਬਾਪ ਕਿਤੇ ਨਾਲ ਤੁਰਿਆ ਫਿਰਦਾ, ਤੁਸੀਂ ਖਾ ਲਓ, ਖਾ ਕੇ ਤਾਂ ਦੇਖੋ, ਇੱਕ ਵਾਰ ਤਾਂ ਖਾ ਲਓ। ਸ਼ੈਤਾਨ ਦੇ ਕਹੇ ਲੱਗ ਕੇ ਉਹਨਾਂ ਨੇ ਖਾ ਲਿਆ ਵਰਜਿਤ ਫਲ। ਜਦੋਂ ਵਰਜਿਤ ਫਲ ਖਾਧਾ, ਪਰਮੇਸ਼ਰ ਨੇ ਆਵਾਜ਼ ਮਾਰੀ ਕਿ ਮੇਰੇ ਬੱਚਿਓ ਆਓ, ਖਾਣਾ ਖਾ ਲਓ। ਉਹਨਾਂ ਨੇ ਆਪਣੇ ਲੱਕ ਦੇ ਉੱਤੇ ਕੇਲਿਆਂ ਦੇ ਪੱਤੇ ਲਪੇਟ ਕੇ ਆ ਗਏ। ਰੱਬ ਪੁੱਛਣ ਲੱਗਾ, ਉਹ ਤੁਸੀਂ ਕੋਈ ਵਰਜਿਤ ਫਲ ਤਾਂ ਨਹੀਂ ਖਾਧਾ? ਬਾਬਾ ਆਦਮ ਕਹਿੰਦਾ ਵੀ ਪਿਤਾ ਜੀ ਇਹਨੇ ਮਾਈ ਹਵਾ ਨੇ ਮੈਨੂੰ ਕਿਹਾ ਸੀ, ਮੈਂ ਤਾਂ ਖਾਧਾ। ਹਵਾ ਜਦ ਝਾਕੇ ਉਹ ਕਹਿਣ ਲੱਗੀ ਜੀ ਸਾਨੂੰ ਤਾਂ ਇਹਨੇ ਸ਼ੈਤਾਨ ਨੇ ਕਿਹਾ ਸੀ, ਅਸੀਂ ਤਾਂ ਖਾਧਾ। ਤਿੰਨਾਂ ਨੂੰ ਸਰਾਪ ਹੋ ਗਿਆ। ਕਹਿਣ ਲੱਗੇ ਉਹ ਆਦਮ ਤੂੰ ਮੇਰਾ ਪੁੱਤਰ ਸੀ, ਤੈਨੂੰ ਬੈਠੇ ਬਿਠਾਏ ਨੂੰ ਮੈਂ ਭੋਜਨ ਦੇਣਾ ਸੀ, ਤੈਨੂੰ ਬੈਠੇ ਬਿਠਾਏ ਨੂੰ ਭੋਜਨ ਦੇਣਾ ਸੀ, ਪਰ ਹੁਣ ਤੂੰ ਆਪਣੀ ਹੱਥੀਂ ਕਿਰਤ ਕਰੀ ਤੇ ਖਾਈ। ਸਰਾਪ ਹੋ ਗਿਆ। ਮਾਈ ਹਵਾ ਨੂੰ ਸਰਾਪ ਹੋ ਗਿਆ। ਤੂੰ ਆਪਣੇ ਪੇਟ ਦੇ ਵਿੱਚ ਕੋਈ ਗੱਲ ਛੁਪਾ ਕੇ ਨਹੀਂ ਰੱਖ ਸਕੇਗੀ। ਇਸਤਰੀ ਨੂੰ ਸਰਾਪ ਹੋ ਗਿਆ। ਸ਼ੈਤਾਨ ਨੂੰ ਸਰਾਪ ਹੋ ਗਿਆ, ਤੂੰ ਸੱਪ ਦੀ ਜੂਨੀ ਵਿੱਚ ਆਵੇਂਗਾ, ਇਹੀ ਲੋਕ ਤੈਨੂੰ ਮਾਰਨਗੇ। ਉਹਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਇਹੀ ਤੁਹਾਡੇ ਡੰਗ ਮਾਰੂਗਾ ਜਿਹਦੇ ਮਗਰ ਲੱਗ ਕੇ ਤੁਸੀਂ ਇਹ ਗਲਤ ਕੰਮ ਕੀਤਾ। ਮਾਂ ਬਾਪ ਦੇ ਕਹੇ ਦਿਓ, ਜਿਹੜੇ ਬੱਚੇ ਵਾਂਝੇ ਰਹਿੰਦੇ ਆ, ਕਹਿਣੇ ਤੋਂ ਬਾਹਰ ਹੋ ਜਾਂਦੇ ਆ, ਫਿਰ ਉਹਨਾਂ ਦੀ ਹਾਲਤ ਇਹ ਹੁੰਦੀ ਹੈ। ਨਾਨਕ ਜੀਵ ਤੇ ਆ ਮਰ ਰਹੀ ਹੈ, ਜੋਗ ਜੁਗਤ ਇਵ ਪਾਈਏ। ਗੁਰੂ ਨਾਨਕ ਦਾ ਉਪਦੇਸ਼ ਹੈ। ਗੁਰੂ ਨਾਨਕ ਸਮਝਾਉਂਦਾ, ਦੁਨੀਆ ਨੂੰ ਸਮਝਾਉਂਦਾ। ਜਦੋਂ ਬੰਦਾ ਜਿਉਂਦਾ ਹੰਕਾਰ ਨਾਲ ਗੱਲ ਕਰਦਾ ਅਤੇ ਜਦੋਂ ਨਿਮਰਤਾ ਨਾਲ ਗੱਲ ਕਰਦਾ, ਉਦੋਂ ਮੈਂ ਤਾਂ ਮਰੀ ਹੁੰਦੀ ਹੈ, ਮੈਂ ਇਹਨੂੰ ਹੀ ਮਾਰਨਾ, ਸਾਡੇ ਵਿੱਚੋਂ ਮੈਂ ਮਰਦਾ ਹੀ ਨਹੀਂ। ਉਹ ਕਹਿੰਦਾ ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ। ਸੋ ਭਾਈ ਗੁਰਸਿੱਖੋ, ਮੇਰੇ ਮਾਲਕ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰੋ। ਵਸਾਓ। ਤੁਸੀਂ ਆਪਣੇ ਹਿਰਦੇ ਵਿੱਚ ਮਾਲਕ ਦਾ ਉਪਦੇਸ਼, ਮਰਨਾ ਸੱਚ, ਜਿਉਣਾ ਝੂਠ, ਇਹ ਦੋ ਚੀਜ਼ਾਂ। ਮਰਨਾ ਸੱਚ, ਜਿਸ ਬੰਦੇ ਦੇ ਮੌਤ ਚੇਤੇ ਆ ਉਹ ਕਦੇ ਗਲਤ ਕੰਮ ਨਹੀਂ ਕਰਦਾ,
ਕਦੇ ਹੰਕਾਰ ਨਾਲ ਗੱਲ ਨਹੀਂ ਕਰਦਾ। ਜਦੋਂ ਮੌਤ ਭੁੱਲ ਗਈ ਤੇ ਫਿਰ ਫਿਰ ਬਾਬੇ ਭੰਗੜਾ ਪਾਉਂਦੇ ਨੇ। ਫਿਰ ਬਾਬੇ ਵੀ ਘੁੱਟ ਪੀ ਕੇ ਨੱਚਣ ਲੱਗ ਪੈਂਦੇ। ਅਵਸਥਾ ਨਹੀਂ ਦੇਖਦੇ। ਜੋ ਸਾਡੀਆਂ ਧੀਆਂ ਭੈਣਾਂ ਜਾਂ ਹੋਰ ਕੋਈ ਦੇਖਦੇ ਹੋਣਗੇ ਕੀ ਕਹਿਣਗੇ। ਨਹੀਂ, ਫਿਰ ਭੰਗੜੇ ਪਾਉਂਦੇ। ਗੁਰੂ ਨਾਨਕ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਓ ਤੇ ਫਿਰ ਕੀ ਮਿਲੂਗਾ? ਆਪਣੀ ਰਸਨਾ ਦੁਆਰਾ ਉਚਾਰਨ ਕਰੋ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।